ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਦੇ ਕੋਲ ਹੈ ਪਿੰਡ ਰੌਂਤਾ, ਜਿੱਥੇ ਇਸ ਘਰ ਦੀ ਐਸੀ ਕਹਾਣੀ ਹੈ ਕਿ ਤੁਸੀਂ ਬਾਰ-ਬਾਰ ਸੋਚੋਗੇ ਕਿ ਕੀ ਅਜਿਹਾ ਵੀ ਹੋ ਸਕਦਾ ਹੈ। ਇੱਕ ਅਜਿਹੇ ਪਰਿਵਾਰ ਦੀ ਕਹਾਣੀ ਜਿੱਥੇ ਕਦੇ ਰਾਸ਼ਟਰਪਤੀ ਆਉਂਦੇ ਰਹੇ ਤੇ ਅੱਜ ਉਸ ਘਰ ਦੇ ਹਾਲਾਤ ਇਹ ਨੇ ਕਿ ਘਰ ਦੀ ਨੂੰਹ ਨੇ ਢਿੱਡ ਭਰਨ ਲਈ ਨਰੇਗਾ ਦੀਆਂ ਦਿਹਾੜੀਆਂ ਵੀ ਲਾਈਆਂ ਹੋਈਆਂ। ਇਸ ਘਰ ਦੇ ਬਜ਼ੁਰਗ 2 ਵਾਰ ਐਮਐਲਏ ਰਹੇ ਤੇ ਇਸ ਘਰ ਦਾ ਪੋਤਰਾ 2 ਵਾਰ ਐਮਐਲਏ ਰਿਹਾ, ਪਰ ਅੱਜ ਇਸ ਘਰ ਦੀ ਹਾਲਤ ਤੁਸੀਂ ਖੁਦ ਇਸ ਦੇ ਮਾਲਕ ਤੋਂ ਸੁਣੋ। ਮੇਰਾ ਨਾਂ ਜੀ ਗੁਰਸੇਵਕ ਸਿੰਘ ਰੌਂਤਾ। ਗੁਰਸੇਵਕ ਸਿੰਘ ਜੀ, ਦਿਓ ਜਾਣਕਾਰੀ। ਕੀ ਕਹਿਣਾ ਚਾਹੋਗੇ ਤੁਸੀਂ? ਰਾਜਨੀਤੀ ਵੀ ਤੁਸੀਂ ਦੇਖੀ, ਤੁਹਾਡੇ ਪਰਿਵਾਰ ਨੇ ਵੀ ਦੇਖੀ, ਠੀਕ ਹੈ ਨਹੀਂ? ਹਰ ਦੁੱਖ ਸੁੱਖ ਤੁਸੀਂ ਦੇਖਿਆ। ਅੱਜ ਕੱਲ੍ਹ ਦੇ ਲੀਡਰ ਤੇ ਉਹ ਪਹਿਲਾਂ ਦੀ ਰਾਜਨੀਤੀਆਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਚੱਲਣਾ ਪਹਿਲੇ ਤੇ ਮੈਂ ਤੁਹਾਡਾ ਵੀਡੀਓ ਜੋ ਤੁਸੀਂ ਭਰਾ ਮੇਰੀ ਬਣਾਉਣ ਆਏ ਆ, ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਉਸ ਤੋਂ ਬਾਅਦ ਦੇ ਵਿੱਚ ਜੋ ਹੁਣ ਤੇ ਪਹਿਲਾਂ ਵਾਲੀ ਰਾਜਨੀਤੀ ਆ, ਉਸ ਦਾ ਜੇਕਰ ਤੁਸੀਂ ਅੰਤਰ ਇੱਥੋਂ ਪੁੱਛਿਆ ਤਾਂ ਸਾਡੇ ਬਜ਼ੁਰਗ ਸਵਰਗੀ ਕਾਮਰੇਡ ਸੱਘੜ ਸਿੰਘ ਹਲਕਾ ਨਿਹਾਲ ਸਿੰਘ ਵਾਲਾ ਤੋਂ ਐਮਐਲਏ ਵੀ ਰਹੇ ਔਰ ਸ਼ੁਰੂਆਤ ਉਹਨਾਂ ਨੇ ਮੈਂਬਰ ਪੰਚਾਇਤ ਪਿੰਡ ਰੌਂਤਾ ਤੋਂ ਕੀਤੀ ਔਰ ਨਾਲ ਹੀ ਬਲਾਕ ਸੰਮਤੀ ਨਿਹਾਲ ਸਿੰਘ ਵਾਲਾ ਦੇ ਮੈਂਬਰ ਵੀ ਰਹੇ ਉਹ। ਤੇ 72 ਦੇ ਵਿੱਚ ਜਦੋਂ ਗਿਆਨੀ ਜੈਲ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ, ਉਦੋਂ ਕਾਮਰੇਡ ਜਿਹੜੇ ਸੀਗੇ ਇਹਨਾਂ ਦੀ ਟਿਕਟ ਤੇ ਐਮਐਲਏ ਬਣ ਕੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਇਹ ਨਿਹਾਲ ਸਿੰਘ ਵਾਲੇ ਹਲਕੇ ਦੀ ਨੁਮਾਇੰਦਗੀ ਕੀਤੀ ਔਰ ਬੇਦਾਗ ਛਵੀ ਜਿਹੜੀ ਆ ਆਪ ਦੀ ਲੈ ਕੇ ਉਹਨਾਂ ਨੇ ਲੋਕਾਂ ਦੇ ਵਿੱਚ ਉਸ ਸਮੇਂ ਜਿਸ ਟਾਈਮ ਕੋਈ ਬਾਹਲੇ ਸੁੱਖ ਸਾਧਨ ਵੀ ਨਹੀਂ ਹੁੰਦੇ ਸਨ, ਗੱਡੀਆਂ ਜਿਹੜੀਆਂ ਸਰਕਾਰ ਉਹ ਵੀ ਐਮਐਲਏ ਨੂੰ ਨਹੀਂ ਦਿੰਦੀਆਂ ਸੀ। ਜਿਸ ਤਰ੍ਹਾਂ ਹੁਣ ਮਹਿੰਗੀ ਤੋਂ ਮਹਿੰਗੀ ਗੱਡੀ ਹਰੇਕ ਐਮਐਲਏ ਨੂੰ ਪੰਜਾਬ ਸਰਕਾਰ ਚਾਹੇ ਸੈਂਟਰ ਕਹਿ ਲਓ ਉਹ ਆਪਦੇ ਖਜ਼ਾਨੇ 'ਚੋਂ ਦਿੰਦੀ ਆ। ਉਹਨਾਂ ਨੂੰ ਸਾਡੇ ਬਜ਼ੁਰਗਾਂ ਨੂੰ ਲੋਕਾਂ ਦੀ ਸੇਵਾ ਕਰਨ ਦੀ ਲਗਨ ਜਿਹੜੀ ਸੀਗੀ, ਉਹ ਮੈਂ ਇਹ ਕਹਿਣਾ ਵੀ ਮੇਰੀ ਸੁਰਗਵਾਸੀ ਦਾਦੀ ਮਾਤਾ ਨਸੀਬ ਕੌਰ ਜਿਹੜੀ ਭਰ ਜਵਾਨੀ ਦੇ ਵਿੱਚ ਇਹ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ। ਮੇਰੇ ਪਿਤਾ ਜੀ ਔਰ ਮੇਰੇ ਚਾਚਾ ਜੀ ਬੜੇ ਛੋਟੇ ਸਨ ਉਦੋਂ। 2 ਮੇਰੀਆਂ ਭੂਆ ਜੀ ਆ ਜਿਹੜੇ ਜਗਰਾਓਂ ਵਿਆਹੇ ਆ, ਇੱਕ ਛੋਟੇ ਭੂਆ ਜੀ ਤੇ ਫੁੱਫੜ ਜੀ ਡੈਥ ਹੋ ਗਈ ਆ। ਉਸ ਟਾਈਮ ਲੋਕਾਂ ਦੀ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਮੈਂ ਕਹਿਣਾ ਸਾਡੇ ਬਜ਼ੁਰਗਾਂ ਨੇ ਜਿਹੜੀ ਉਹ ਕੀਤੀ ਆ। ਮੇਰੀ ਦਾਦੀ ਮਾਂ ਜਿਹੜੀ ਸੀਗੀ ਉਦੋਂ ਵੀ ਸਾਡੇ ਪਿੰਡ ਦੀਆਂ ਬੁੜੀਆਂ ਉਹਨੂੰ ਕਹਿੰਦੀਆਂ ਸੀ ਵੀ ਨਸੀਬ ਕੁਰੇ ਤੇਰੇ ਘਰ ਵਾਲਾ ਹੁਣ ਐਮਐਲਏ ਬਣ ਗਿਆ, ਹੁਣ ਤਾਂ ਤੂੰ ਖੇਤੋਂ ਪੱਠੇ ਲਿਆਉਣੋਂ ਹਟ ਜਾ। ਪਰ ਮੇਰੀ ਦਾਦੀ ਦਾ ਸੁਭਾਅ ਸੀ ਜਿਹੜਾ, ਉਹਨੇ ਨਾਲ ਦੀਆਂ ਆਪਦੀਆਂ ਜਿਹੜੀਆਂ ਸੀਗੀਆਂ ਬੁੜੀਆਂ ਕੰਮ ਕਰਦੀਆਂ ਉਸ ਟਾਈਮ ਬੀਬੀਆਂ, ਉਹਨਾਂ ਨੂੰ ਬੜੇ ਫਖਰ ਨਾਲ ਕਿਹਾ ਕਿ ਐਮਐਲਏ ਤਾਂ ਮੇਰੇ ਘਰ ਵਾਲਾ ਬਣਿਆ, ਮੈਂ ਥੋੜ੍ਹੋ ਐਮਐਲਏ ਆ। ਮਤਲਬ ਕਹਿਣ ਦਾ ਇਹ ਆ ਵੀ ਬੜੇ ਹੀ ਨਿਮਰਤਾ ਨਾਲ ਲੋਕਾਂ ਦੇ ਵਿੱਚ ਵਿਚਰਨਾ ਔਰ ਪਿੰਡਾਂ ਦੇ ਵਿੱਚ ਜਾ ਕੇ ਹੁਣ ਵਾਲੇ ਪੋਲੀਟੀਕਲ ਬੰਦਿਆਂ ਵਾਂਗ ਨਹੀਂ ਕਿ ਚੰਡੀਗੜ੍ਹ ਚਲੋ ਜੀ, ਪਹਾੜੀਆਂ 'ਚ ਚਲੋ ਜੀ, ਛੁੱਟੀਆਂ ਮਨਾਈਆਂ ਆਪਾਂ। ਤੇ ਉਹ ਤਾਂ ਲੋਕਾਂ ਦੇ ਨਾਲ ਜੁੜੇ ਹੋਏ ਐਮਐਲਏ ਸੀ। ਜੇ ਪੰਜਾਬ ਵਿਧਾਨ ਸਭਾ ਦਾ ਜਿਹੜਾ ਇਜਲਾਸ ਬਹਿੰਦਾ ਸੀ ਜਾਂ ਕੋਈ ਸਰਕਾਰੀ ਜਿਹੜੇ ਅਦਾਰੇ ਆ ਕੰਮ ਆ, ਕਿਸੇ ਟੀਚਰ ਦਾ, ਪਟਵਾਰੀ ਦਾ, ਮਾਸਟਰ ਦਾ ਜਾਂ ਕੋਈ ਹੋਰ ਪੋਲੀਟੀਕਲ ਕੰਮ ਆ, ਤਾਂ ਉਦੋਂ ਚੰਡੀਗੜ੍ਹ ਦਿੱਲੀ ਉਹ ਜਾਂਦੇ ਸੀ। ਨਹੀਂ ਤਾਂ ਮੇਰੇ ਹਿਸਾਬ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਦੇਖਿਆ, ਉਹਨਾਂ ਨੇ ਲੋਕਾਂ ਦੇ ਨਾਲ ਹਰੇਕ ਦੁੱਖ ਸੁੱਖ 'ਚ ਔਰ ਤਕਰੀਬਨ ਜਿਹੜੇ ਪੋਲੀਟੀਕਲ ਲੀਡਰ ਆ ਉਹਨਾਂ ਦਾ ਜ਼ਿਆਦਾਤਰ ਰੁਝਾਨ ਉਸ ਟਾਈਮ ਥਾਣਿਆਂ ਨਾਲ ਸੰਬੰਧ ਹੁੰਦਾ ਸੀ, ਕਿਉਂਕਿ ਉਸ ਟਾਈਮ ਕਤਲ ਬੜੇ ਹੁੰਦੇ ਸੀ। ਪਰ ਸਾਡੇ ਬਜ਼ੁਰਗ ਸੀ ਜਿਹੜੇ ਸਵਰਗੀ ਕਾਮਰੇਡ ਸੱਘੜ ਸਿੰਘ, ਉਹਨਾਂ ਨੇ ਸ਼ਾਮ ਨੂੰ ਕਈ ਵਾਰ ਮੈਂ ਮਤਲਬ ਨੋਟ ਕੀਤਾ, ਉਹਨਾਂ ਨੇ ਸ਼ਾਮ ਨੂੰ ਥਾਣੇ 'ਚ ਗੇੜਾ ਮਾਰ ਕੇ ਆਉਣਾ, ਨਾਲੇ ਮੁਲਾਜ਼ਮਾਂ ਦਾ ਦੁੱਖ ਸੁੱਖ ਪੁੱਛ ਕੇ ਆਉਣਾ, ਨਾਲੇ ਇਹ ਪੁੱਛਣਾ ਕਿ ਭਾਈ ਕੋਈ ਤੁਹਾਡੇ ਪਰਿਵਾਰ ਦਾ, ਤੁਹਾਡੇ ਬੱਚੇ ਠੀਕ ਠਾਕ ਆ, ਔਰ ਹਵਾਲਾਤ 'ਚ ਵੀ ਝਾਕੀ ਮਾਰੇ ਆਉਣੀ ਵੀ ਕੋਈ ਨਜਾਇਜ਼ ਬੰਦਾ ਤਾਂ ਨਹੀਂ ਫੜੀ ਬੈਠੇ। ਉਹਨੂੰ ਛੁਡਵਾ ਕੇ ਫਿਰ ਆਪਣੇ ਘਰ ਆ ਕੇ ਜਿਹੜਾ ਹੈਗਾ ਉਹ ਸੰਤੁਸ਼ਟੀ ਨਾਲ ਆਰਾਮ ਕਰਦੇ ਸਨ। ਜੋ ਇੱਕ ਐਮਐਲਏ ਇੱਕ ਪੈਨਸ਼ਨ ਜਿਹੜੀ ਆ ਉਹ ਇਸ ਸਮੇਂ ਦੀ ਸਰਕਾਰ ਆ ਜਿਹੜੀ ਹੁਣ ਆਈ ਆ, ਸ੍ਰੀ ਭਗਵੰਤ ਮਾਨ ਜੀ ਜਿਹੜੇ ਸੀਐਮ ਬਣੇ ਆ ਪੰਜਾਬ ਦੇ, ਇਹੀ ਫਾਰਮੂਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1997 'ਚ ਪੰਜਾਬ ਦੀ ਵਿਧਾਨ ਸਭਾ 'ਚ ਮਤਾ ਲੈ ਕੇ ਆਂਦਾ, ਜਿਸ ਤੇ ਤਕਰੀਬਨ ਮੇਰੀ ਸੋਚ ਮੁਤਾਬਕ ਵੀ ਕੋਈ ਇੱਕਾ ਦੁੱਕਾ ਐਮਐਲਏ ਸੀ ਜਿਹੜੇ ਉਹਨਾਂ ਨੇ ਜਿਹੜਾ ਹੈਗਾ ਉਸ ਤੇ ਹਾਮੀ ਭਰੀ ਸੀ 1 ਰੁਪਈਆ ਤਨਖਾਹ ਦਾ ਖਜ਼ਾਨੇ 'ਚੋਂ ਲਵਾਂਗੇ। ਪਰ ਸਾਡੇ ਘਰ
ਕੋਈ ਪ੍ਰਾਪਰਟੀ ਨਹੀਂ ਸੀ ਮੇਰੇ ਪਿਤਾ ਜੀ ਕੋਲ। ਮੇਰੇ ਪਿਤਾ ਜੀ ਨੇ ਸਭ ਤੋਂ ਪਹਿਲਾਂ ਉਹ ਮਤੇ ਤੇ ਸਾਈਨ ਕੀਤੇ ਵੀ ਜੇ ਐਮਐਲਏਆਂ ਤੋਂ ਤੁਸੀਂ ਤਨਖਾਹਾਂ ਵਾਪਸ ਲੈਣੀਆਂ ਚਾਹੁੰਦੇ ਆ ਤਾਂ ਮੇਰੇ ਕੋਲੇ ਕੋਈ ਸਾਈਡ ਬਿਜ਼ਨਸ ਪ੍ਰਾਪਰਟੀ ਨਹੀਂ, ਮੈਂ ਤੁਹਾਨੂੰ ਕਹਿਣ ਲੱਗਿਆ ਵੀ ਤੁਸੀਂ ਜਿਹੜਾ ਹੈਗਾ ਸਾਨੂੰ ਕੋਈ ਫਿਕਰ ਨਹੀਂ ਇਸ ਗੱਲ ਦਾ। ਉਸ ਟਾਈਮ ਵੀ ਪਰ ਉਹਨਾਂ ਨੂੰ ਲਗਨ ਸੀ ਜਿਹੜੀ, ਉਹ ਕਾਮਰੇਡ ਪਾਰਟੀ ਸੀ ਜਿਹੜੀ। ਕਾਮਰੇਡ ਪਾਰਟੀ ਉਸ ਟਾਈਮ ਐਮਐਲਏਆਂ ਦੀ ਅੱਧੀ ਪੈਨਸ਼ਨ ਜਿਹੜੀ ਜਾਂ ਤਨਖਾਹ ਸੀਗੀ ਉਹ ਪਾਰਟੀ ਕੱਟਦੀ ਸੀ, ਕਿਉਂਕਿ ਧਰਨੇ ਵਗੈਰਾ ਜੋ ਮੁਜ਼ਾਹਰੇ ਵਗੈਰਾ ਜਾਂ ਰੈਲੀਆਂ ਵਗੈਰਾ ਹੁੰਦੀਆਂ ਸੀ ਉਹਦੇ 'ਤੇ ਖਰਚਾ ਕਰਨਾ, ਟਰੱਕ ਲੈ ਕੇ ਜਾਣੇ, ਤਾਂ ਅੱਧੀ ਤਨਖਾਹ ਜਿਹੜੀ ਐਮਐਲਏ ਦੀ ਉਹ ਪਾਰਟੀ ਦਫ਼ਤਰ ਦੇ ਕੇ ਆਉਣੀ ਪੈਂਦੀ ਸੀ। ਪਰ ਹੁਣ ਦੇ ਸਮੇਂ ਮੁਤਾਬਕ ਆ ਜਿਹੜਾ ਉਹ ਕਹਿਣੀਆਂ ਤੇ ਕਰਨੀਆਂ 'ਚ ਬਹੁਤ ਫਰਕ ਆ। ਸਾਡੇ ਬਜ਼ੁਰਗ ਦੀਨਾ ਸਾਹਿਬ ਤੋਂ ਚੰਡੀਗੜ੍ਹ ਬੱਸ ਆ ਜਿਹੜੀ ਉਹ 1972 'ਚ ਲਵਾਈ ਉਹਨਾਂ ਨੇ ਗਿਆਨੀ ਜੈਲ ਸਿੰਘ ਦੀ ਚੀਫ ਮਿਨਿਸਟਰੀ ਦੇ ਟਾਈਮ 'ਤੇ, ਜਿਸ ਟਾਈਮ ਪਿੰਡਾਂ ਦੇ ਵਿੱਚ ਸੜਕਾਂ ਦੀ ਜਿਹੜੀ ਹੈਗੀ ਆ ਉਹ ਵੀ ਬਹੁਤ ਦਿੱਕਤ ਸੀ। ਉਸ ਟਾਈਮ ਉਹ ਬੱਸ ਚੰਡੀਗੜ੍ਹ ਨੂੰ ਮੇਰੇ ਪਿਤਾ ਜੀ ਨੇ ਦਾਦਾ ਜੀ ਨੇ ਜਿਹੜੀ ਲਵਾਈ ਉਹਦੇ 'ਤੇ ਬੈਠ ਕੇ ਚੰਡੀਗੜ੍ਹ ਜਾਂਦੇ ਸਨ ਔਰ ਲੋਕਾਂ ਦੇ ਕੰਮ ਧੰਦੇ ਫਾਈਲਾਂ ਉਹਨਾਂ ਨੇ ਕੰਮ ਇਕੱਠੇ ਕਰ ਲੈਣੇ। ਉਹਨਾਂ ਦੇ ਵਿੱਚ ਇਹ ਵੀ ਬੜੀ ਲਗਨ ਸੀ। ਉਹਨਾਂ ਨੇ ਕਿਸੇ ਦੀ ਬਦਲੀ ਦਾ ਕੰਮ, ਟੀਚਰ ਦਾ, ਮਾਸਟਰ ਦਾ, ਪਟਵਾਰੀ ਦਾ ਜਾਂ ਕਿਸੇ ਵੀ ਡਿਪਾਰਟਮੈਂਟ ਦਾ ਕੰਮ ਹੁੰਦਾ ਸੀ ਤਾਂ ਫਾਈਲਾਂ ਉਹਨਾਂ ਨੇ ਇਕੱਠੀਆਂ ਕਰ ਲੈਣੀਆਂ ਔਰ ਹਫ਼ਤੇ ਬਾਅਦ ਉਹਨਾਂ ਨੇ ਚੰਡੀਗੜ੍ਹ ਜਾਣਾ ਔਰ ਚੰਡੀਗੜ੍ਹੋਂ ਵਾਪਸ ਆ ਕੇ ਉਹਨਾਂ ਨੇ ਲੋਕਾਂ ਦੇ ਵਿੱਚ ਸੇਵਾ 'ਚ ਫੇਰ ਲੱਗ ਜਾਣਾ ਔਰ ਬੱਸਾਂ 'ਤੇ ਬਹਿ ਕੇ ਵੀ ਉਹ ਐਮਐਲਏ ਲੋਕਾਂ ਨੂੰ ਜਵਾਬਦੇਹ ਸੀ। ਪਰ ਅੱਜ ਦਾ ਸਮਾਂ ਜੋ ਉਹ ਸਮੇਂ ਮੁਤਾਬਕ ਜੇ ਸੋਚਿਆ ਔਰ ਦੇਖਿਆ ਜਾਵੇ ਉਹਨਾਂ ਲੀਡਰਾਂ ਦਾ ਤੇ ਹੁਣ ਵਾਲੇ ਲੀਡਰਾਂ ਦਾ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਜ਼ਮੀਨ ਸਮਾਨ ਦਾ ਅੰਤਰ ਆ। ਸਾਡੇ ਬਜ਼ੁਰਗ ਤਾਂ ਸਾਈਕਲਾਂ 'ਤੇ ਜਾ ਕੇ ਵੀ ਲੋਕਾਂ ਦੇ ਕੰਮ ਕਰਦੇ ਰਹੇ ਆ। ਹੁਣ ਵਾਲੇ ਐਮਐਲਏ ਜਿਹੜੇ ਹੈਗੇ ਆ ਬਾਈ ਜੀ, ਜੇ ਦੇਖਿਆ ਜਾਵੇ ਉਹਨਾਂ ਨੇ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਜਿਨ੍ਹਾਂ ਦੇ ਵਿੱਚ ਏਸੀ ਚੱਲਦੇ ਆ ਉਹਨਾਂ 'ਚ ਬਹਿ ਕੇ ਵੀ ਉਹੀ ਵੋਟਰ ਤੇ ਵਰਕਰ ਆ ਜਿਹੜੇ ਨੰਗੇ ਪੈਰੀ ਉਹਨਾਂ ਨੂੰ ਵਿਧਾਨ ਸਭਾ 'ਚ ਤੇ ਪਾਰਲੀਮੈਂਟ 'ਚ ਭੇਜਦੇ ਆ, ਐਮਐਲਏ ਐਮਪੀ ਬਣਾਉਂਦੇ ਆ। ਮੈਂ ਕਈ ਪੋਲੀਟੀਕਲ ਲੀਡਰ ਦੇਖਿਆ ਜਿਹੜੇ ਕਿ ਆਪਦੇ ਵਰਕਰਾਂ ਨੂੰ ਸਿਆਣੋਂ ਹਟ ਜਾਂਦੇ ਆ ਵੀ ਮੈਂ ਤੈਨੂੰ ਸਿਆਣ ਨਹੀਂ ਕੀਤੀ। ਪਰ ਸਾਡੇ ਬਜ਼ੁਰਗ, ਮੈਂ ਇਸ ਗੱਲ ਨਾਲ ਫਖਰ ਨਾਲ ਕਹਿ ਸਕਦਾ ਕਿ ਇਕੱਲਾ ਹਲਕਾ ਨਿਹਾਲ ਸਿੰਘ ਵਾਲਾ ਨਹੀਂ, ਆਲ ਪੰਜਾਬ ਦੇ ਜਿੰਨੇ ਅਫੀਸਰ ਸੀ, ਜਿੰਨੇ ਵੀ ਜਿਹੜੇ ਆਮ ਲੋਕ ਕੰਮ ਕਰ ਜਿਹੜੇ ਹੈਗੇ ਮੁਲਾਜ਼ਮ ਵਰਗ ਸੀ, ਉਹਨਾਂ ਨੂੰ ਉਂਗਲਾਂ ਦੇ ਪੋਟਿਆਂ 'ਤੇ ਯਾਦ ਰੱਖਦੇ ਸੀ ਔਰ ਜਾਣਦੇ ਸੀ ਕਿ ਆਹ ਫਲਾਣੇ ਨਗਰ ਦਾ ਕੋਈ ਮੋਹਤਬਾਰ ਆਦਮੀ ਆ, ਕੋਈ ਮੈਂਬਰ ਸਰਪੰਚ ਆ ਜਾਂ ਕੋਈ ਆਮ ਇਨਸਾਨ ਵੀ ਸੀ ਤਾਂ ਉਹਨਾਂ ਨੂੰ ਵੀ ਬੜੇ ਫਖਰ ਔਰ ਨਾਂ ਨਾਲ ਸਾਡੇ ਘਰ ਜਦੋਂ ਆਉਂਦੇ ਸੀ ਨਾਂ ਨਾਲ ਜਾਣਿਆ ਜਾਂਦਾ ਸੀ। ਔਰ ਆਏ ਗਏ ਨੂੰ ਚਾਹ ਪਾਣੀ ਦੀ ਸੇਵਾ ਜਿਹੜੀ ਆ ਉਹ ਸਾਡੇ ਘਰ ਵੱਲੋਂ ਲੋਕਾਂ ਦੀ ਕਿਰਪਾ ਦੇ ਨਾਲ, ਵੋਟਰਾਂ ਦੀ ਕਿਰਪਾ ਦੇ ਨਾਲ 24 ਘੰਟੇ ਜਿਹੜੀ ਆ ਉਹ ਮਿਲਦੀ ਸੀ। 60,000 ਰੁਪਇਆ ਤਨਖਾਹ ਉਹਨਾਂ ਨੂੰ ਮਿਲਦੀ ਹੈ ਹਰ ਮਹੀਨੇ, ਤੇ ਜੇ ਉਹਨਾਂ ਦੇ ਪ੍ਰਾਪਰਟੀ ਵੱਲ ਦੇਖਿਆ ਜਾਵੇ ਤੇ ਕਰੋੜਾਂ ਅਰਬਾਂ ਖਰਬਾਂ ਦੀ ਪ੍ਰਾਪਰਟੀ ਬਣਾ ਲੈਂਦੇ ਆ। ਤੇ ਤੁਸੀਂ, ਤੁਹਾਡਾ ਸਾਰਾ ਪਰਿਵਾਰ ਨੇ ਆਪਦਾ ਸਾਰਾ ਸਰਬੰਤ ਜੀ ਨੂੰ ਕਹਿੰਦੇ ਸਾਰਾ ਕੁਝ ਹੀ ਵਾਰ ਦਿੱਤਾ ਲੋਕਾਂ ਦੇ ਪ੍ਰਤੀ, ਤੇ ਤੁਹਾਡੀ ਸਥਿਤੀ ਜਿਹੜੀ ਦੇਖਣ ਨੂੰ ਇਸ ਟਾਈਮ ਲੱਗ ਰਹੀ ਹੈ ਤੇ ਇਹਦਾ ਕੀ ਕਹਿਣਾ? ਜੋ ਅੱਜ ਦੇ ਐਮਐਲਏਆਂ ਦੀ ਤਨਖਾਹ ਉਹ TADA ਔਰ ਕਿਲੋਮੀਟਰ ਜਿਹੜਾ ਹੈਗਾ ਗੱਡੀ ਉਹਨਾਂ ਨੂੰ ਦਿੰਦੀ ਆ ਜਿਹੜੀ ਸਰਕਾਰ, ਉਹਨਾਂ ਨੂੰ ਤੇਲ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਵੱਲੋਂ ਖਜ਼ਾਨੇ 'ਚੋਂ ਦਿੱਤਾ ਜਾਂਦਾ, ਉਹ ਲੋਕਾਂ ਦਾ ਖਜ਼ਾਨਾ। ਜੇ ਦੇਖਿਆ ਜਾਵੇ ਕਿ 60,000 ਰੁਪਈਆ ਜਿਹੜਾ ਹੈਗਾ ਤਨਖਾਹ ਦੇ ਨਾਲ ਬੜੇ ਵੱਡੇ ਜਿਹੜੇ ਫਾਰਮ ਆ ਉਹ ਲੀਡਰ ਇਹ ਖਰੀਦ ਰਹੇ ਆ ਔਰ ਬੜੀਆਂ ਵੱਡੀਆਂ ਕੋਲਡ ਸਟੋਰ ਔਰ ਵੱਡੇ ਵੱਡੇ ਕਾਰਖਾਨੇ ਆ ਜਿਹੜੇ ਉਹ ਇਹ ਸਮੇਂ ਦੇ ਲੀਡਰ ਆ ਜਿਹੜੇ ਉਹ ਆਪਦੀ ਤਾਨੇਸ਼ਾਹ ਰਵੱਈਏ ਦੇ ਨਾਲ ਉਹਨਾਂ 'ਤੇ ਕਬਜ਼ਾ ਕਰ ਰਹੇ ਆ। 2 ਨੰਬਰ ਦੇ ਕੰਮ ਤੋਂ ਬਗੈਰ ਮੇਰਾ ਜਿਹੜੀ ਸੋਚ ਆ ਉਹ ਮੈਂ ਨਹੀਂ ਕਹਿੰਦਾ ਵੀ ਕੋਈ ਵੀ ਪੋਲੀਟੀਕਲ ਪਾਰਟੀ ਦਾ ਜਿਹੜਾ ਐਮਐਲਏ ਬਣ ਗਿਆ ਜਾਂ ਮਿਨਿਸਟਰ ਬਣ ਗਿਆ ਉਹ ਤਕਰੀਬਨ ਲੋਕਾਂ ਦੀ ਜਿਹੜੀ ਸੋਚ ਆ, ਜਦੋਂ ਤਾਂ ਇਲੈਕਸ਼ਨ ਹੁੰਦਾ ਚੋਣ ਮੈਨੀਫੈਸਟੋ ਬਣਾਇਆ ਜਾਂਦਾ, ਮੈਨੀਫੈਸਟੋ ਦੇ ਵਿੱਚ ਬੜੇ ਵਾਅਦੇ ਕੀਤੇ ਜਾਂਦੇ ਆ, ਅਸੀਂ ਆਹ ਕਰਾਂਗੇ ਫਲਾਨਾ ਕਰਾਂਗੇ, ਪਰ ਜਿਸ ਟਾਈਮ ਉਹ ਬੰਦਾ ਨੁਮਾਇੰਦਾ ਪਾਰਲੀਮੈਂਟ ਮੈਂਬਰ ਜਾਂ ਐਮਐਲਏ ਬਣ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਉਹ ਮਤੇ ਜਾਂ ਜੋ ਹੈਗਾ ਪਾਇਆ ਹੁੰਦਾ ਆਪਣਾ ਮੈਨੀਫੈਸਟੋ ਦੇ ਵਿੱਚ ਉਹ ਕਿਤੇ ਨਾ ਕਿਤੇ ਗੁੰਮ ਹੋ ਜਾਂਦੇ ਆ। ਔਰ ਜੇ ਦੇਖਿਆ ਜਾਵੇ ਸਾਡੇ ਪਰਿਵਾਰ ਦੀ ਜੇ ਤੁਸੀਂ ਗੱਲ ਕਰੋਗੇ ਤਾਂ ਮੈਂ ਕਹਿਣਾ ਵੀ ਜਿਸ ਟਾਈਮ ਤਾਂ ਤਨਖਾਹਾਂ ਮੇਰੇ ਹਿਸਾਬ ਦੇ ਵਿੱਚ ਤਾਂ 500-700 ਹਜ਼ਾਰ ਖੰਡ ਹੀ ਹੋਣੀ ਆ ਉਦੋਂ ਐਮਐਲਏ ਦੀ, ਅੱਧੀ ਉਹਦੇ 'ਚੋਂ ਪਾਰਟੀ ਲੈ ਜਾਂਦੀ ਸਾਡੇ ਬਜ਼ੁਰਗਾਂ ਦੇ ਟਾਈਮ। ਪਰ ਸਾਡੇ ਬਜ਼ੁਰਗਾਂ ਦੀ ਮੈਂ ਇਸ ਗੱਲ ਨੂੰ ਤੁਸੀਂ ਇਹ ਨਾ ਕਿਹੋ ਕਿ ਆਪਦੇ ਪਰਿਵਾਰ ਕਰਕੇ ਕਹਿ ਰਿਹਾ, ਉਹਨਾਂ ਦੀ ਕਰਨੀ ਔਰ ਕਥਨੀ ਦੇ ਵਿੱਚ ਅੱਜ ਦੇ ਲੀਡਰ ਆ ਜਿਹੜੇ ਸਮੇਂ ਦੇ ਉਹ ਵੀ ਇਹ ਗੱਲ ਮਹਿਸੂਸ ਕਰਦੇ ਆ ਕਿ ਕਾਮਰੇਡ ਸੱਘੜ ਸਿੰਘ ਵਰਗਾ ਕੋਈ ਨਤਲਕ ਯੋਧਾ ਲੀਡਰ ਪੈਦਾ ਨਹੀਂ ਹੋ ਸਕਦਾ। ਉਹਨਾਂ ਦੇ ਵਿੱਚ ਬੜਾ ਹੀ ਅੰਤਰ ਸੀ ਔਰ ਮੈਂ
ਸਮੇਂ ਦੀ ਜਿਹੜੀ ਸਰਕਾਰ ਆ ਔਰ ਰਾਜਨੀਤੀ ਆ, ਮੈਂ ਇਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਤੁਹਾਨੂੰ ਭਾਰੀ ਮਾਰਜਨ ਨਾਲ ਲੋਕਾਂ ਨੇ ਸਰਕਾਰ ਦੇ ਵਿੱਚ ਬਹਾਇਆ, ਲੋਕਾਂ ਦੇ ਨਾਲ ਤੁਸੀਂ ਆਪਣਾ ਤਾਲਮੇਲ ਬਣਾ ਕੇ ਚੱਲੋ, ਕਿਉਂਕਿ ਇਲੈਕਸ਼ਨ ਆ ਜਿਹੜੇ ਇਹ ਤਾਂ ਆਉਂਦੇ ਜਾਂਦੇ ਦੇ ਟਾਈਮ ਆ। ਪਾਰਲੀਮੈਂਟ ਮੈਂਬਰ ਸਾਡਾ ਜਨਾਬ ਮੁਹੰਮਦ ਸਦੀਕ ਜੀ ਬਣਿਆ ਇੱਥੋਂ, ਉਹਦੀ ਮਦਦ ਵੀ ਕੀਤੀ ਆ, ਪਰ ਦੇਖਿਆ ਜਾਵੇ ਵੀ ਇਹ ਤਕਰੀਬਨ ਲੋਕਾਂ ਨਾਲੋਂ ਟੁੱਟ ਚੁੱਕੇ ਆ ਜਿਹੜੇ ਪੋਲੀਟੀਕਲ ਲੀਡਰ ਆ। ਅੱਜ ਉਹ ਗੱਲ ਲੋਕ ਮਹਿਸੂਸ ਕਰਦੇ ਆ ਜਦੋਂ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੋਈ ਪੋਲੀਟੀਕਲ ਲੀਡਰ ਭਾਈਵਾਲ ਨਹੀਂ ਹੁੰਦਾ। ਗਰੀਬ ਆ ਜਿਹੜੇ ਐਸਸੀ ਕੈਟਾਗਰੀ ਦੇ ਗਰੀਬ ਲੋਕ ਆ ਜਿਹੜੇ, ਉਹ ਅੱਜ ਵੀ ਥਾਣੇ ਔਰ ਕਚਹਿਰੀ ਦੇ ਵਿੱਚ ਧੱਕੇ ਖਾਂਦੇ ਤੁਰੇ ਫਿਰਦੇ ਆ, ਜਿਨ੍ਹਾਂ ਨੂੰ ਕਿ ਕੋਈ ਵੀ ਉਹਨਾਂ ਦੀ ਪੁੱਛ ਪੜਤਾਲ ਨਹੀਂ ਹੋ ਰਹੀ। ਮੈਂ ਕਦੇ ਵੀ ਕਿਸੇ ਬਸਤੀ ਦੇ ਵਿੱਚ ਜਿਹੜੀ ਐਸਸੀ ਬਸਤੀ ਹੈ, ਜਿਨ੍ਹਾਂ ਦਾ ਕਿ ਵੋਟ ਬੈਂਕ ਜ਼ਿਆਦਾ, ਚਾਹੇ ਉਹ ਮਜ਼੍ਹਬੀ ਸਿੱਖ ਆ, ਚਾਹੇ ਉਹ ਬੋਰਗੇ ਸਿੱਖ ਆ, ਚਾਹੇ ਉਹ ਰਮਦਾਸੀਏ ਸਿੱਖ ਆ, ਕਦੇ ਮੈਂ ਕੋਈ ਨੁਮਾਇੰਦਾ ਉਹਨਾਂ ਦੀ ਬਸਤੀ ਦੇ ਵਿੱਚ ਦੇਖਿਆ ਨਹੀਂਗਾ। ਹਾਲਾਂਕਿ ਸਾਡੀ ਕਾਂਸਟੀਚੂਐਂਸੀ ਨਿਹਾਲ ਸਿੰਘ ਵਾਲਾ ਜਿਹੜੀ ਸੀਟ ਆ ਉਹ ਰਿਜ਼ਰਵ ਆ, ਪਰ ਮੈਂ ਇਹ ਗੱਲ ਮਾਣ ਔਰ ਫਖਰ ਨਾਲ ਕਹਿ ਸਕਦਾ ਕਿ ਸਾਡੇ ਬਜ਼ੁਰਗਾਂ ਨੇ ਧਰਮਸ਼ਾਲਾਵਾਂ ਮਜ਼੍ਹਬੀ ਸਿੱਖਾਂ ਦੀਆਂ, ਬੋਰਗਾ ਸਿੱਖਾਂ ਦੀਆਂ, ਰਮਦਾਸੀਆ ਸਿੱਖਾਂ ਦੀਆਂ ਪਰ ਅਸੀਂ ਇਹ ਚੀਜ਼ ਦਾ ਕ੍ਰੈਡਿਟ ਨਹੀਂ ਪਹਿਲਾਂ ਵੀ ਨਹੀਂ ਲਿਆ ਔਰ ਅੱਜ ਵੀ ਨਹੀਂ ਲਿਆ। ਜੋ ਲਿੰਕ ਸੜਕਾਂ ਬਣਨੀਆਂ ਸੀ ਸਮੇਂ ਮੁਤਾਬਕ, ਸਮੇਂ ਦੀ ਸਰਕਾਰ ਨੂੰ ਕਹਿ ਕੇ ਮੇਰੇ ਦਾਦਾ ਜੀ ਦੀ ਡਿਊਟੀ ਬਣਦੀ ਸੀ ਇਹ, ਪਰ ਅੱਜ ਤੱਕ ਕਦੇ ਵੀ ਕਿਸੇ ਧਰਮਸ਼ਾਲਾ ਤੇ ਪੱਥਰ ਨਹੀਂ ਲਾਇਆ। ਜਿਸ ਤਰ੍ਹਾਂ ਹੁਣ ਦੇ ਪੋਲੀਟੀਕਲ ਲੀਡਰ ਆ, ਕੰਮ ਭਾਵੇਂ ਹੋਵੇ ਨਾ ਹੋਵੇ ਆਪਦੇ ਨਾਂ ਦਾ ਪੱਥਰ ਜ਼ਰੂਰ ਲਾ ਦੇਣਾ, ਪਰ ਉਹਨਾਂ ਨੇ ਲੋਕਾਂ ਨੂੰ ਕੰਮ ਕਰਕੇ ਦਿਖਾਏ ਆ। ਕਦੇ ਪੱਥਰ ਵਾਲੇ ਪਾਸੇ ਜਾਂ ਆਪਦੀ ਜਿਹੜੀ ਹੈਗੀ ਆ ਫੋਕੀ ਸ਼ਾਨ ਔਰ ਸ਼ੌਕਤ ਦੇ ਮਗਰ ਸਾਡੇ ਬਜ਼ੁਰਗ ਨਹੀਂ ਚੱਲੇ। ਔਰ ਅੱਜ ਦੇ ਸਮੇਂ ਦੇ ਵਿੱਚ ਇਹੀ ਅੰਤਰ ਆ ਕਿ ਜੇ ਪੋਲੀਟੀਕਲ ਬੰਦੇ ਆ ਜਿਹੜੇ ਲੋਕ ਉਹਨਾਂ ਨੂੰ ਨੰਗੇ ਪੈਰੀਂ ਚੁਣਦੇ ਆ, ਉਹਨਾਂ ਨੂੰ ਅਗਰ ਜੇ ਉਹ ਆਪਣੇ ਦਿਲ ਨਾਲ ਲਾ ਕੇ ਰੱਖਣਗੇ ਤਾਂ ਮੈਂ ਚਾਹੁੰਦਾ ਕਿ ਸਰਕਾਰਾਂ ਜਿਹੜੀਆਂ ਉਹ ਪੱਕੀਆਂ ਵੀ ਹੋ ਸਕਦੀਆਂ ਔਰ ਨਾਲ ਦੀ ਨਾਲ ਪੰਜਾਬ ਦਾ ਜਿਹੜਾ ਸਾਡਾ ਸੋਹਣਾ ਔਰ ਜੋ ਪਹਿਲਾਂ ਜਿਹੜਾ ਸੁਪਨੇ ਲੈਂਦੇ ਸੀ ਪੰਜਾਬ ਦੇ ਸਿਰਜਣ ਦੇ, ਉਹ ਪੰਜਾਬ ਮੁੜ ਕੇ ਸਾਡੇ ਖੁਸ਼ੀਆਂ ਖੇੜੇ ਜਿਹੜੇ ਆ ਸਾਡੇ ਨਗਰਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਆ ਸਕਦੇ ਆ, ਜੇ ਕੋਈ ਪੋਲੀਟੀਕਲ ਲੀਡਰ ਸੱਚੇ ਮਨ ਨਾਲ ਸੇਵਾ ਧਾਰਨਾ ਕਰ ਲਵੇ ਤਾਂ। ਤੁਹਾਡਾ ਕਹਿਣ ਦਾ ਮਕਸਦ ਇਹ ਹੈ ਵੀ ਅੱਜ ਕੱਲ੍ਹ ਦੇ ਲੀਡਰ ਜਿਹੜੇ ਹੈਗੇ ਆ, ਚਾਹੇ ਜੋ ਮਰਜ਼ੀ ਕਰਦੇ ਆ ਜਾਂ ਨਹੀਂ ਕਰਦੇ, ਕੋਠੀਆਂ ਵੱਡੀਆਂ ਪਾ ਲੀਆਂ, ਦਿਲ ਵੱਡੇ ਨਹੀਂ ਹੈਗੇ। ਤੁਹਾਡਾ ਕਹਿਣ ਦਾ ਭਾਵ ਸਿਰਫ ਇਹੀ ਹੈ ਵੀ ਸਾਡੇ ਬਜ਼ੁਰਗਾਂ ਨੇ ਜਿਹੜੀ ਕਮਾਈ ਕੀਤੀ ਆ ਉਹ ਇਹ ਕਦੇ ਵੀ ਕਰ ਨਹੀਂ ਸਕਦੇ ਤੇ ਉਹ ਕਦੇ ਮੁੱਕ ਵੀ ਨਹੀਂ ਸਕਦੇ। ਇਹਦੇ ਬਾਰੇ ਕੀ ਕਹਿਣਾ? ਬਹੁਤ ਹੀ ਸਤਿਕਾਰਯੋਗ ਮੇਰੇ ਪੱਤਰਕਾਰ ਭਰਾ ਨੇ ਜੋ ਮੈਥੋਂ ਸਵਾਲ ਪੁੱਛਿਆ, ਤੁਹਾਡੇ ਸਨਮੁਖ ਮੈਂ ਜੋ ਵਰਕਰ ਆ ਔਰ ਵੋਟਰ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਪਰਿਵਾਰ ਨੂੰ ਜ਼ਮੀਨ ਤੋਂ ਚੱਕ ਕੇ ਇਹੀ ਵੋਟਰ ਔਰ ਜਿਹੜੇ ਹੈਗੇ ਆ ਸਾਡੀ ਕਾਂਸਟੀਚੂਐਂਸੀ ਦੇ ਹਰਮਨ ਪਿਆਰੇ ਲੋਕਾਂ ਨੇ ਪੰਜਾਬ ਦੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਇਆ। ਔਰ ਜਿੱਥੋਂ ਤੱਕ ਦੇਖਿਆ ਜਾਵੇ ਸਾਡੇ ਪਰਿਵਾਰ ਦੀ ਕਮਿਊਨਿਸਟ ਜਿਹੜੀ ਲਹਿਰ ਆ ਉਹਦੇ ਵਿੱਚ ਪਾਠ ਹੀ ਇਹ ਪੜ੍ਹਾਇਆ ਜਾਂਦਾ ਕਿ ਗਰੀਬ ਵਰਗ ਆ ਜਿਹੜਾ, ਦੱਬੇ ਕੁਚਲੇ ਲੋਕ ਆ ਜਿਹੜੇ, ਉਹਨਾਂ ਦੀ ਰਾਖੀ ਜਿਹੜੀ ਆ ਉਹ ਕਿਸ ਤਰ੍ਹਾਂ ਕਰੀ ਜਾਣੀ ਆ। ਇਸ ਚੀਜ਼ ਨੂੰ ਮੈਂ ਬੜਾ ਨੇੜੋਂ ਹੋ ਕੇ ਦੇਖਿਆ। 4 ਵਾਰ ਇਲੈਕਸ਼ਨ ਲੜੇ ਮੇਰੇ ਦਾਦਾ ਜੀ ਸਵਰਗੀ ਕਾਮਰੇਡ ਸੱਗੜ ਸਿੰਘ 1972 ਤੋਂ ਲੈ ਕੇ 90 ਤੱਕ। 90 'ਚ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਦੇ ਵਿੱਚ 1992 ਦੇ ਵਿੱਚ ਜਦੋਂ ਸਰਦਾਰ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਮੇਰੇ ਪਿਤਾ ਜੀ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਭਾਰਤੀ ਕਮਿਊਨਿਸਟ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਔਰ ਉਸ ਟਾਈਮ ਅਕਾਲੀ ਦਲ ਦਾ ਬਾਈਕਾਟ ਸੀ, ਹਾਲਾਤ ਬਹੁਤ ਮਾੜੇ ਸੀ, ਪਰ ਸਾਡੇ ਪਰਿਵਾਰ ਨੂੰ ਪਾਰਟੀ ਨੇ ਟਿਕਟ ਦੇ ਕੇ ਲੋਕਾਂ ਦੇ ਵਿੱਚ ਤੋਰਿਆ। ਜਿਸ ਟਾਈਮ ਕੋਈ ਲੀਡਰ ਔਰ ਵਰਕਰ ਬਾਹਰ ਨਿਕਲਣ ਨੂੰ ਤਿਆਰ ਨਹੀਂ ਸੀ, ਪਰ ਅਸੀਂ ਸਤਿਕਾਰਯੋਗ ਵਰਕਰਾਂ ਦੇ ਰਿਣੀ ਆ। ਅਸੀਂ ਆਪਣੇ ਜੇ ਚੰਮ ਦੀ ਸਰੀਰ ਦੀ ਜੁੱਤੀ ਬਣਾ ਕੇ ਵੀ ਵਰਕਰਾਂ ਦੇ ਪੈਰਾਂ 'ਚ ਪਾ ਦਈਏ ਉਹ ਵੀ ਥੋੜ੍ਹਾ ਹੈਗਾ। ਔਰ ਸਾਡੇ ਪਰਿਵਾਰ ਨੇ ਇਸ ਚੀਜ਼ ਨੂੰ ਮੁੱਖ ਰੱਖ ਕੇ ਲੋਕਾਂ ਦੇ ਵਿੱਚ ਵਿਚਰਨਾ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੋਣਾ ਔਰ ਸੱਚੇ ਦਿਲੋਂ ਲੋਕਾਂ ਦੀ ਸੇਵਾ ਕਰਨ ਦਾ ਮਨ ਜਿਹੜਾ ਉਹ ਇਸ ਕਰਕੇ ਪੱਕਾ ਕੀਤਾ ਕਿ ਲੋਕਾਂ ਨੇ ਆਪ ਦੀ ਜਾਨ ਦੀ ਪਰਵਾਹ ਔਰ ਦਾਅ 'ਤੇ ਲਾ ਕੇ ਸਾਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭੇਜਿਆ। ਉਸ ਟਾਈਮ ਮੇਰੇ ਸਵਰਗੀ ਪਿਤਾ ਅਜੈਬ ਸਿੰਘ ਰੌਂਤਾ 92 'ਚ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ, ਜਿਸ ਤਰ੍ਹਾਂ ਹੁਣ ਦੇ MLA ਆ, ਜੇ ਕਿਸੇ ਨੂੰ
ਕੋਈ ਥੋੜ੍ਹਾ ਬਹੁਤਾ ਸਮੇਂ ਦੀ ਜਿਹੜੀ ਸਰਕਾਰ ਆ ਜਾਂ ਪਾਰਟੀ ਆ ਉਹ ਲਾਲਚ ਦੇ ਦਿੰਦੀ ਆ ਤਾਂ ਉਹ ਛਾਲ ਮਾਰ ਕੇ ਉਧਰ ਭੱਜ ਜਾਂਦੇ ਆ ਸਰਕਾਰ ਵਾਲੇ ਪਾਸੇ ਨੂੰ। 92 ਤੋਂ ਲੈ ਕੇ 97 ਤੱਕ ਸਰਦਾਰ ਬੇਅੰਤ ਸਿੰਘ ਦੀ ਸਰਕਾਰ 'ਚ ਉਹ ਆਪੋਜੀਸ਼ਨ MLA ਰਹੇ ਔਰ ਲੋਕਾਂ ਨੂੰ ਔਰ ਸਰਕਾਰ ਨੂੰ ਸਮੇਂ-ਸਮੇਂ 'ਤੇ ਜੇ ਸਰਕਾਰ ਕੋਈ ਗਲਤੀ ਕਰਦੀ ਸੀ ਤਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਬੜੇ ਫਖਰ ਔਰ ਜੁਰਤ ਨਾਲ ਸਰਕਾਰ ਨੂੰ ਘੇਰਦੇ ਸੀ ਔਰ ਲੋਕਾਂ ਦੇ ਮਸਲੇ ਔਰ ਮੰਗ ਜੋ ਸੀਗੀ ਉਹਨੂੰ ਆਪਣੇ ਹਿੱਕ ਦੇ ਜ਼ੋਰ ਨਾਲ ਪਾਸ ਕਰਵਾਉਂਦੇ ਸਨ। ਜਿਸ ਤਰ੍ਹਾਂ ਹੁਣ ਦੇ MLA ਆਪਾਂ ਦੇਖਦੇ ਹਾਂ, ਕਹਿਣਾ ਨਹੀਂ ਚਾਹੁੰਦਾ ਮੈਂ, ਸਤਿਕਾਰਯੋਗ ਜਿਹੜੇ ਸਾਡੇ MLA 92 ਜਿਤਾਏ ਆ ਨਗਰ ਨੇ ਔਰ ਸਾਡੇ ਕੰਸਟੀਚੂਐਂਸੀ ਨੇ ਨਹੀਂ, ਸਾਰੇ ਪੰਜਾਬ ਨੇ ਫਤਵਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤਾ। ਕਿਸੇ ਨੇ ਕੈਂਡੀਡੇਟ ਦਾ ਮੂੰਹ ਨਹੀਂ ਦੇਖਿਆ ਕਿ ਕੌਣ ਖੜ ਰਿਹਾ, ਅੰਮ੍ਰਿਤਪਾਲ ਬਾਘਾ ਪੁਰਾਣਾ ਖੜਾ, ਮਨਜੀਤ ਨਿਹਾਲ ਸਿੰਘ ਵਾਲਾ ਖੜਾ, ਜਾਂ ਕੋਈ ਵੀ ਜਿਹੜਾ ਹੈਗਾ ਇਹਨਾਂ ਨੇ ਪਾਰਟੀ ਨੇ ਭਗਵੰਤ ਮਾਨ ਨੇ ਟਿਕਟ ਦੇ ਕੇ ਭੇਜਤਾ। ਲੋਕਾਂ ਨੇ ਭਗਵੰਤ ਮਾਨ ਦੇ ਨਾਂ ਤੇ ਉਹਨਾਂ ਨੂੰ MLA ਬਣਾ ਕੇ ਭੇਜਤਾ। ਤੁਹਾਡਾ ਕਹਿਣ ਦਾ ਮਕਸਦ ਜਿਹੜੀ ਪੁਰਾਣੀ ਕਮਾਈ ਤੁਹਾਡੀ ਆ ਉਹੀ ਤੋਂ ਬੋਲਦੀ ਪਈ ਆ, ਅੱਜ ਕੱਲ੍ਹ ਦੇ ਲੀਡਰਾਂ ਦੇ ਪੱਲੇ ਉਹ ਨਹੀਂ ਹੈਗਾ। ਬਾਈ ਜੀ ਮੈਂ ਤਾਂ ਇੱਕੋ ਹੀ ਗੱਲ ਜਾਣਦਾ ਵੀ ਕਈ ਪੋਲੀਟੀਕਲ ਬੰਦੇ ਮੈਨੂੰ ਇਹ ਗੱਲ ਕਹਿ ਵੀ ਦਿੰਦੇ ਆ ਕਿ ਯਾਰ ਤੁਹਾਡੇ ਬਜ਼ੁਰਗਾਂ ਨੇ ਔਰ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਕੀ ਬਣਾਤਾ, ਤੁਸੀਂ ਅੱਜ ਧੱਕੇ ਖਾਂਦੇ ਤੁਰੇ ਫਿਰਦੇ ਆ। ਪਰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜੋ ਸਾਡੇ ਬਜ਼ੁਰਗ ਪੂਜਨੀਕ ਸਵਰਗੀ ਕਾਮਰੇਡ ਸੱਘੜ ਸਿੰਘ ਅਤੇ ਮੇਰੇ ਪਿਤਾ ਜੀ ਜੈਬ ਸਿੰਘ ਸਾਨੂੰ ਦੇ ਕੇ ਗਏ ਆ, ਬਹੁਤ ਵੱਡੀ ਵਿਰਾਸਤ ਆ ਜਿਹੜੀ ਸਾਨੂੰ ਉਹ ਛੱਡ ਕੇ ਗਏ ਆ। ਅੱਜ ਵੀ ਮੈਂ ਕਈ ਵਾਰ ਕਿਸੇ ਥਾਣੇ ਦਰਬਾਰੇ ਜਾਂਦਾ ਤਾਂ ਮੈਂ ਕਦੇ ਉਹਨਾਂ ਦੀ ਘਾਟ ਮਹਿਸੂਸ ਨਹੀਂ ਕੀਤੀ। ਮੈਨੂੰ ਇਸ ਤਰ੍ਹਾਂ ਲੱਗਦੇ ਆ ਕਿ ਮੇਰੇ ਬਰਾਬਰੀ ਖੜੇ ਆ। ਜਦੋਂ ਕਿਸੇ ਅਫਸਰ ਨੂੰ ਕਿਸੇ ਮਹਿਕਮੇ 'ਚ ਜਾ ਕੇ ਕਿਸੇ ਵੀ ਆਲਾ ਅਫਸਰ ਨੂੰ ਮਿਲੀਦਾ ਤਾਂ ਉਹਨਾਂ ਦੇ ਨਾਂ ਨਾਲ ਜਦੋਂ ਸਾਨੂੰ ਸਤਿਕਾਰ ਮਿਲਦਾ ਤਾਂ ਮਨ ਜਿਹੜਾ ਉਹ ਬੜੀ ਖੁਸ਼ੀ ਮਹਿਸੂਸ ਕਰਦਾ। ਔਰ ਨਾਲ ਹੀ ਇਹ ਗੱਲਾਂ ਵੀ ਅਸੀਂ ਸਮੇਂ ਦੇ ਅਫੀਸਰ ਸਾਹਿਬਾਨਾਂ ਤੋਂ ਸੁਣੀਆਂ ਕਿ ਜਿਸ ਤਰ੍ਹਾਂ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ, ਕਤਲਾਂ ਦਾ ਰਾਜੀਨਾਮਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ। ਸਾਡੇ ਬਜ਼ੁਰਗ ਸਵਰਗੀ ਕਾਮਰੇਡ ਸੱਘੜ ਸਿੰਘ ਨੇ ਔਰ ਸਾਡੇ ਨਗਰ ਦੇ ਸਰਪੰਚ ਪੰਡਤ ਨਾਮਨਾਰਾਇਣ ਨੇ ਸੱਥਾਂ 'ਚ ਬਹਿ ਕੇ ਕਤਲਾਂ ਦੇ ਰਾਜੀਨਾਮੇ ਕਰਾਏ ਆ। ਉਹ ਲੀਡਰ ਜਿਹੜੇ ਸੀਗੇ ਉਹ ਲੋਕਾਂ ਨਾਲ ਜੁੜੇ ਹੋਏ ਲੀਡਰ ਸੀ ਔਰ ਪ੍ਰਸ਼ਾਸਨ ਦੇ ਜਿਹੜੇ ਅਫਸਰ ਸੀ ਇਹਨਾਂ ਨੂੰ ਸੱਚੀ ਔਰ ਸੁੱਚੀ ਗੱਲ ਕਹਿਣ ਕਰਕੇ ਬੜੇ ਮਾਣ ਔਰ ਸਤਿਕਾਰ ਦਿੰਦੇ ਸਨ। ਤੁਹਾਡਾ ਕਹਿਣਾ ਹੁੰਦੀ ਉਦੋਂ ਜ਼ੁਬਾਨਾਂ ਦੇ ਮੁੱਲ ਪੈਂਦੇ ਸੀ। ਬਿਲਕੁਲ ਬਾਈ ਜੀ, ਉਸ ਟਾਈਮ ਨੁਮਾਇੰਦਾ ਜਿਹੜਾ ਸੀਗਾ, ਚਾਹੇ ਉਹ ਮੈਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਪਾਰਟੀ ਕੋਈ ਨਹੀਂ ਮਾੜੀ ਹੁੰਦੀ, ਨਾ ਪਾਰਟੀ ਕੋਈ ਮਾੜੀ ਹੋਈ ਆ, ਚਾਹੇ ਉਹ ਅਕਾਲੀ ਦਲ ਆ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ BJP ਆ। ਕਈ ਵਾਰ ਜਿਹੜਾ ਸਮੇਂ ਮੁਤਾਬਕ ਕੋਈ ਨੁਮਾਇੰਦਾ ਜਾਂ ਸਰਕਾਰ ਆ ਜਿਹੜੀ ਉਹ ਫੈਸਲੇ ਹੀ ਕੋਈ ਲੋਕਾਂ ਦੇ ਹਿੱਤਾਂ ਤੋਂ ਲੈ ਕੇ ਬਾਹਰ ਲੈ ਜਾਂਦੀ ਆ ਤਾਂ ਕਿ ਉਸ ਨੂੰ ਲੋਕਾਂ ਦਾ ਜਿਹੜਾ ਹੈਗਾ ਵਿਰੋਧ ਆ ਉਹ ਦੇਖਣ ਨੂੰ ਮਿਲਦਾ। ਪਰ ਮੈਂ ਤੁਹਾਡੇ ਚੈਨਲ ਰਾਹੀਂ ਸਮੇਂ ਦੇ ਸਿਆਸਤਦਾਨਾਂ ਨੂੰ ਔਰ ਸਮੇਂ ਦੀਆਂ ਸਰਕਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜੇਕਰ ਤੁਹਾਨੂੰ ਲੋਕਾਂ ਨੇ ਪਾਵਰ ਦਿੱਤੀ ਆ ਤਾਂ ਇਸ ਪਾਵਰ ਨੂੰ ਤੁਸੀਂ ਇਹ ਮਤ ਸਮਝੋ ਕਿ ਸਾਨੂੰ ਜ਼ਿੰਦਗੀ ਭਰ ਲਈ ਪਾਵਰ ਮਿਲ ਗਈ ਆ। ਇਹ ਪਾਵਰ ਤਾਂ ਆਉਂਦੀਆਂ ਜਾਂਦੀਆਂ ਖੇਡਾਂ। ਜੇਕਰ ਤੁਸੀਂ ਲੋਕਾਂ ਦੇ ਵਿੱਚ ਆਖਰ ਟਾਈਮ ਜਦੋਂ ਦੁਨੀਆ ਤੋਂ ਜਾਓਗੇ ਤਾਂ ਤੁਹਾਨੂੰ ਲੋਕ ਦਿਲੋਂ ਪਿਆਰ ਕਰਨ। ਜਿਸ ਤਰ੍ਹਾਂ ਸਾਡੇ ਬਜ਼ੁਰਗ ਸਵਰਗੀ ਕਾਮਰੇਡ ਸੱਘੜ ਸਿੰਘ ਤੇ ਪੂਜਨੀਕ ਮੇਰੇ ਡੈਡੀ ਅਜੈਬ ਸਿੰਘ ਜੀ ਦੀ ਪਿੰਡ ਦੇ ਵਿੱਚ ਯਾਦਗਾਰ ਬਣੀ ਆ। ਲੋਕ ਬੜੇ ਅਦਬ ਔਰ ਸਤਿਕਾਰ ਨਾਲ ਉਹਨੂੰ ਸਿਰ ਸਜਦਾ ਕਰਦੇ ਆ ਤਾਂ ਕਿ ਜੋ ਵੀ ਜਿਹੜੀ ਹੈਗੀ ਆ ਲੋਭ ਲਾਲਚ, ਅੱਜ ਅਸੀਂ ਪ੍ਰਾਪਰਟੀ ਤੌਰ ਤੇ ਇੱਕ ਮਰਲਾ ਜਾਇਦਾਦ ਨਹੀਂ ਬਣਾਈ ਔਰ ਲੋਕਾਂ ਦੀ ਪਾਵਰ ਆ ਜਿਹੜੀ ਕੋਈ ਵੀ ਇਨਸਾਨ ਅੱਜ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਰੌਂਤੇ ਦੀ ਸੱਥ 'ਚ ਆ ਕੇ ਖੜ੍ਹ ਕੇ ਸਾਡੇ ਪਰਿਵਾਰ ਦੇ, ਜਿਸ ਤਰ੍ਹਾਂ ਹੁਣ ਦੀ ਆਮ ਗੱਲ ਰੀਤ ਚੱਲੀ ਆ ਕਿ ਪੋਲੀਟੀਕਲ ਪਾਰਟੀਆਂ ਨੇ ਚੱਕੜ ਸੁੱਟਣਾ ਹੁੰਦਾ ਇੱਕ ਦੂਜੀ ਪੋਲੀਟੀਕਲ ਪਾਰਟੀ ਦੇ ਲੀਡਰ ਤੇ। ਪਰ ਮੈਂ ਔਰ ਮਾਣ ਨਾਲ ਫਖਰ ਨਾਲ ਕਹਿ ਸਕਦਾ ਕਿ ਕੋਈ ਪੋਲੀਟੀਕਲ ਲੀਡਰ ਪੈਦਾ ਨਹੀਂ ਹੋਇਆ ਪੰਜਾਬ ਔਰ ਹਿੰਦੁਸਤਾਨ ਦੇ ਵਿੱਚ ਜਿਹੜਾ ਸਾਡੇ ਪਰਿਵਾਰ ਦਾ ਨਾਂ ਲੈ ਕੇ ਸਾਨੂੰ ਕੋਈ ਚੈਲੰਜ ਕਰਨ ਵਾਲਾ ਔਰ ਸਾਨੂੰ ਗਲਤ ਕਰਨ ਵਾਲਾ। ਇਹੀ ਮਨ ਨੂੰ ਬਹੁਤ ਸੰਤੁਸ਼ਟੀ ਔਰ ਖੁਸ਼ੀ ਹੁੰਦੀ ਹੈ। ਕਰੀਏ ਰਾਜਨੀਤੀ ਬਾਰੇ, ਤੁਹਾਡੇ ਬਾਰੇ ਤੁਹਾਡਾ ਕੀ ਜਿਹੜਾ ਹੈਗਾ ਜ਼ਿੰਦਗੀ ਦਾ ਰਾਜਨੀਤੀ ਨੂੰ ਲੈ ਕੇ? ਰਾਜਨੀਤੀ ਦਾ ਜੀ ਇਹ ਆ ਕਿ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਸਵਾਲ ਪੁੱਛਿਆ। ਰਾਜਨੀਤੀ ਜਿਹੜੀ ਹੁਣ ਦੀ ਤੇ ਸਾਡੇ ਬਜ਼ੁਰਗਾਂ ਵਾਲੇ ਟਾਈਮ ਦੀ ਆ ਉਹਦੇ 'ਚ ਅੰਤਰ ਬਹੁਤ ਜ਼ਿਆਦਾ ਪੈ ਗਿਆ। ਇੱਕ ਤਾਂ ਸਾਡੇ ਪਰਿਵਾਰ ਦੇ ਵਿੱਚ ਮੌਤਾਂ ਨੇ ਸਾਨੂੰ ਚਾਰੇ ਪਾਸੇ ਤੋਂ ਘੇਰਾ ਪਾਇਆ। ਮੇਰੇ ਭਰਾ ਵੱਡੇ ਸਵਰਗੀ ਕੁਲਦੀਪ ਸਿੰਘ ਸਰਪੰਚ ਨੌਜਵਾਨ ਅਵਸਥਾ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ
ਉਹਨਾਂ ਦੀ ਮੌਤ ਹੋਣ ਦੇ ਬਾਅਦ 'ਚ ਸਾਡੀ ਸਿਸਟਰ ਮੇਰੀ ਬਾਹਰ ਆ ਇਟਲੀ 'ਚ, ਉਹਦੇ ਕੋਲੇ 2 ਬੱਚੇ, ਮੇਰੀ ਭਾਣਜੀ ਔਰ ਭਾਣਜਾ ਐਕਸਪਾਇਰ ਹੋ ਗਏ। ਔਰ ਉਸ ਤੋਂ ਬਾਅਦ 'ਚ ਮੇਰੀ ਸਾਲੇ ਹਰ ਕੋਲ ਇੱਕ ਬੇਟਾ ਹੋਇਆ, ਉਹ ਵੀ ਐਕਸਪਾਇਰ ਹੋ ਗਈ ਵਿਚਾਰੀ। ਮੇਰੀ ਭੂਆ ਫੁੱਫੜ ਵੀ ਦੁਨੀਆ ਤੋਂ ਚਲੇ ਗਏ। 8-10 ਮੌਤਾਂ ਮੇਰੇ ਕਹਿਣ ਦਾ ਭਾਵ ਸਾਡੇ ਪਰਿਵਾਰ ਦੇ ਵਿੱਚ ਐਸੀਆਂ ਹੋਈਆਂ ਜਿਹਨੇ ਕਿ ਮੈਨੂੰ ਜਿਸ ਤਰ੍ਹਾਂ ਕਹਿ ਲਈਏ ਹਰੇਕ ਪੱਖ ਤੋਂ ਤੋੜ ਕੇ ਰੱਖਤਾ। ਮੈਂ ਫਿਰ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਬੱਸਾਂ 'ਤੇ ਡਰਾਈਵਿੰਗ ਕੀਤੀ ਹੈ। ਭਗਤਾਂ ਨਿਹਾਲ ਸਿੰਘ ਵਾਲਾ ਆਮ ਮੈਂ ਬੱਸ 'ਤੇ ਜਾਂਦਾ ਰਿਹਾ ਔਰ ਚਲਾਉਂਦਾ ਰਿਹਾ। ਨਿਹਾਲ ਸਿੰਘ ਵਾਲਾ ਮਹਿਲ ਕਲਾਂ ਚਲਾਉਂਦਾ ਰਿਹਾ। ਔਰ ਜਿਸ ਤਰ੍ਹਾਂ ਹੁਣ ਦਾ ਸਮਾਂ ਜੇ ਦੇਖਿਆ ਜਾਵੇ ਕਿ ਟਰਾਂਸਪੋਰਟ ਆ ਜਿਹੜੀ ਉਹ ਵੀ ਕੋਈ ਬਾਹਲੇ ਉਹਦੇ 'ਚ ਕੋਈ ਬੈਨੀਫਿਟ ਵਾਲੀ ਗੱਲ ਰਹੀ ਨਹੀਂ। ਪਰ ਹੁਣ ਵੀ ਜੇ ਕੋਈ ਭੈਣ ਭਾਈ ਮੈਨੂੰ ਜਦੋਂ ਆਵਾਜ਼ ਮਾਰਦਾ ਤਾਂ ਮੈਂ ਆਪਦਾ ਜਿਸ ਤਰ੍ਹਾਂ ਮਜ਼ਦੂਰੀ ਵਾਲੀ ਗੱਲ ਆ ਕਿ ਮੈਂ ਜਾਣਾ ਕਿ ਸ਼ਾਮ ਤੱਕ ਜੋ ਘਰੇ ਤਲਫਲ ਆਉਂਦਾ ਉਹਦੇ ਨਾਲ ਮਨ ਨੂੰ ਸੰਤੁਸ਼ਟੀ ਔਰ ਸਬਰ ਆ। ਮੈਂ ਤੁਹਾਡੇ ਚੈਨਲ ਰਾਹੀਂ ਇਹੀ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ ਸਾਡੇ ਪਰਿਵਾਰ ਨੂੰ ਮੈਂ ਇਹ ਗੱਲ ਫਖਰ ਨਾਲ ਔਰ ਮਾਣ ਨਾਲ ਕਹਿ ਸਕਦਾ ਕਿ ਲੋਕ MLA ਤਾਂ ਚੁਣੇ ਜਾਂਦੇ ਆ, ਸਮੇਂ ਮੁਤਾਬਕ MP ਵੀ ਬਣ ਜਾਂਦੇ ਆ, ਪਰ ਪਿੰਡ ਦੀ ਸਰਪੰਚੀ ਜਿੱਤਣੀ ਬਹੁਤ ਔਖੀ ਹੁੰਦੀ ਆ। ਸਾਡੇ ਪਰਿਵਾਰ ਨੂੰ ਲੋਕਾਂ ਨੇ ਚਾਹ ਦਾ ਕੱਪ ਪੀਤੇ ਤੋਂ ਬਗੈਰ ਮੇਰੇ ਭਰਾ ਸਵਰਗੀ ਕੁਲਦੀਪ ਸਿੰਘ ਨੂੰ ਸਰਪੰਚ ਚੁਣਿਆ। ਭਾਰੀ ਵੋਟ 700 ਵੋਟ 'ਤੇ ਉਹ ਜਿੱਤੇ ਸੀ। ਔਰ ਜਿਸ ਤਰ੍ਹਾਂ ਮੇਰੀ ਮਿਸੇਜ ਜਿਹੜੀ ਸਰਪੰਚ ਇਦੋਂ ਪਹਿਲਾਂ ਵਾਲੀ ਪੰਚਾਇਤ ਦੇ ਵਿੱਚ ਜਿੰਨੇ ਮੈਂਬਰ ਪੰਚਾਇਤ ਅਸੀਂ ਖੜਾਏ ਭਾਰੀ ਬਹੁਮਤ ਨਾਲ 8 ਤੋਂ 10 ਮੈਂਬਰ ਸਾਡੇ ਆਪ ਦੇ ਬਣੇ ਜਿਹੜੇ ਪਰਿਵਾਰ ਦੇ ਨਜ਼ਦੀਕੀ ਸਨ। ਔਰ ਸਰਪੰਚ ਜਿਹੜੀ ਇਹ ਭਾਰੀ ਮਾਰਜਨ ਨਾਲ ਵੋਟ ਲੈ ਕੇ ਸਾਡੇ ਮੇਰੀ ਘਰੋਂ ਮਿਸੇਜ ਮੇਰੀ ਧਰਮ ਪਤਨੀ ਸਰਬਜੀਤ ਕੌਰ ਸਰਪੰਚ ਚੁਣੀ ਗਈ। ਔਰ ਅਸੀਂ ਉਸ ਟਾਈਮ ਵੀ ਆਮ ਇਨਸਾਨ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦਾ, ਕੋਈ ਮਹਿੰਗੀਆਂ ਗੱਡੀਆਂ ਨਹੀਂ ਲਈਆਂ, ਕੋਈ ਵੀ ਆ ਸਾਡੇ ਘਰ ਦੇ ਤੁਸੀਂ ਹਾਲਾਤ ਦੇਖ ਲਓ। ਇੱਕ ਵਾਰ ਕੋਈ ਬੰਦਾ MC ਜਾਂ ਮੈਂਬਰ ਪੰਚਾਇਤ ਬਣ ਜਾਂਦਾ ਨਾ, ਉਹ ਲੋਕਾਂ ਦੀ ਸੋਚ ਨੂੰ ਛੱਡ ਕੇ ਆਪਣੇ ਧੀਆਂ ਪੁੱਤਾਂ ਨੂੰ ਔਰ ਪ੍ਰਾਪਰਟੀ ਮਗਰ ਭੱਜ ਪੈਂਦਾ ਕਿ ਮੌਕਾ ਮਿਲ ਗਿਆ। ਲੋਕਾਂ ਦਾ ਜੋ ਖਜ਼ਾਨੇ 'ਚੋਂ ਪੈਸਾ ਜਾਂ ਲੋਕਾਂ ਨੂੰ ਟੇਢੇ ਵਿੰਗੇ ਢੰਗ ਨਾਲ ਪੈਸਾ ਬਣਾ ਕੇ ਜਾਇਦਾਦ ਔਰ ਪ੍ਰਾਪਰਟੀ ਔਰ ਕੋਠੀਆਂ ਬੜੀਆਂ ਖੜੀਆਂ ਕਰਕੇ ਮੈਂ ਦੇ ਜਿਆਂ। ਪਰ ਸਾਡੇ ਬਜ਼ੁਰਗਾਂ ਔਰ ਸਾਡੇ ਪਰਿਵਾਰ ਦੇ ਵਿੱਚ ਇਹ ਰੀਤ 3 ਪੀੜ੍ਹੀਆਂ ਤੋਂ ਚੱਲੀ ਆਈ ਆ। ਨਾ ਤਾਂ ਉਹਨਾਂ ਨੇ ਸਾਨੂੰ ਕੋਠੀਆਂ ਦਾ ਲਾਲਚ ਦਿਖਾਇਆ, ਨਾ ਸਾਡੇ ਮਨ 'ਚ ਬਾਈ ਜੀ ਅੱਜ ਕੋਈ ਕੋਠੀ ਔਰ ਕਾਰਾਂ ਦਾ ਲਾਲਚ ਆ ਜੋ ਸਾਨੂੰ ਬਜ਼ੁਰਗ ਕਮਰੇ ਦੇ ਗਏ ਆ, ਇਹਦੇ ਵਿੱਚ ਬੜਾ ਹੀ ਮਨ ਨੂੰ ਸਕੂਨ ਆ। ਬੜੀ ਸੋਚ ਸੱਚੀ ਸੋਚ ਰੱਖ ਕੇ ਇਹਦੇ ਸੌਂਦਾ। ਔਰ ਰੋਟੀ ਜਦੋਂ ਖਾਈਦੀ ਹੈ, ਚਾਹੇ ਰੁੱਖੀ ਮਿੱਸੀ ਸਬਜ਼ੀ ਜਿਹੜੀ ਹੈ ਬਣਦੀ ਆ, ਚਾਹੇ ਅੰਬ ਦੇ ਚਾਰ ਨਾਲ ਵੀ ਖਾ ਲਗੇ ਤਾਂ ਐਂ ਲੱਗਦਾ ਜਿੱਦਾਂ ਪਨੀਰ ਨਾਲ ਖਾਧੀ ਹੋਵੇ। ਔਰ ਮਨ ਨੂੰ ਸੰਤੁਸ਼ਟੀ ਔਰ ਬੜਾ ਹੀ ਸਕੂਨ ਆ ਕਿ ਸਾਡੇ ਬਜ਼ੁਰਗਾਂ ਨੇ ਔਰ ਸਾਡੇ ਪਰਿਵਾਰ ਨੇ ਲੋਕਾਂ ਦੀ ਪਾਵਰ ਆ ਜਿਹੜੀ ਉਹ ਲੋਕਾਂ ਵਾਸਤੇ ਵਰਤੀ ਆ, ਨਾ ਕਿ ਪਰਿਵਾਰ ਵਾਸਤੇ। ਲੋਕਾਂ ਨੂੰ ਐਸੇ ਘਰ ਦੇ ਵਿੱਚੋਂ ਸੀਮੈਂਟ ਦੀਆਂ ਮੈਂ ਟਰਾਲੀਆਂ ਬੋਰੀਆਂ ਦੀਆਂ ਬੋਰੀਆਂ ਚੱਕ ਕੇ ਭੇਜਦਾ ਰਿਹਾ। ਗਲੀਆਂ ਨਾਲੀਆਂ ਜਦੋਂ ਬਣਦੀਆਂ ਸੀ ਜਾਂ ਕੋਈ ਵੀ ਪੰਚਾਇਤੀ ਜਿਹੜਾ ਸੀਗਾ ਸਾਡਾ ਡਿਵੈਲਪਮੈਂਟ ਦਾ ਕੰਮ ਸੀ, ਐਸੇ ਘਰੋਂ ਮੈਂ ਲੋਕਾਂ ਦਾ ਪੈਸਾ ਔਰ ਲੋਕਾਂ ਦਾ ਸਮਾਨ ਜਿਹੜਾ ਸੀਗਾ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ, ਲੋਕਾਂ ਨੂੰ ਹੀ ਦਿੱਤਾ। ਕੋਈ ਭੈਣ ਭਾਈ ਕਹਿ ਦੇ ਵੀ ਸਰਪੰਚ ਨੇ ਆਪਦੇ ਘਰੇ ਇੱਕ ਬੁੱਕ ਸੀਮੈਂਟ ਵੀ ਲਾਇਆ ਹੋਵੇ ਤਾਂ ਆਪਾਂ ਇਸ ਗੱਲ ਦੇ ਦੇਣਦਾਰ ਹੋ ਸਕਦੇ ਹਾਂ। ਅੱਜ ਵੀ ਜੇ ਸੋਚਿਆ ਜਾਵੇ ਕਿ ਮਹਿੰਗੀਆਂ ਕੋਠੀਆਂ ਦੇ ਵਿੱਚ ਜੇ ਪਾਲ ਗਏ ਕੋਠੀਆਂ ਤੇ ਉਹਦੇ ਵਿੱਚ ਨੀਂਦ ਹੀ ਨਾ ਆਈ ਤਾਂ ਮੈਂ ਕਹਿਣਾ ਉਹਨਾਂ ਦਾ ਮਹਿੰਗੀਆਂ ਕੋਠੀਆਂ ਦਾ ਪਾਈਆਂ ਦਾ ਕੋਈ ਆਸਰਾ ਨਹੀਂ। ਔਰ ਨਾ ਹੀ ਕੋਈ ਮਹਿੰਗੀਆਂ ਗੱਡੀਆਂ ਦੇ ਵਿੱਚ ਜੇ ਕੋਈ ਭੈਣ ਭਾਈ ਸਤਿਕਾਰ ਨਹੀਂ ਕਰਦਾ ਤਾਂ ਮੈਂ ਚਾਹੁੰਦਾ ਮਹਿੰਗੀਆਂ ਗੱਡੀਆਂ ਬੈਠਣ ਨਾਲੋਂ ਤਾਂ ਬੱਸ 'ਤੇ ਬੰਦਾ ਜਾਂਦਾ ਔਰ ਸਾਈਕਲ 'ਤੇ ਜਾਂਦਾ ਚੰਗਾ, ਜਿਸ ਨੂੰ ਭੈਣ ਭਾਈ ਤਾਇਆ ਚਾਚਾ ਕਹਿ ਕੇ ਲੋਕ ਸਤਿਕਾਰ ਔਰ ਉਹਨਾਂ ਦਾ ਸਨਮਾਨ ਤਾਂ ਕਰਦੇ ਆ। ਤੁਸੀਂ ਦੱਸਿਆ ਵੀ ਮੇਰੀ ਘਰ ਵਾਲੀ ਵੀ ਸਰਪੰਚ ਰਹਿ ਚੁੱਕੀ ਹੈ ਤੇ ਸਾਨੂੰ ਪਿੰਡ ਦੇ ਵਿੱਚੋਂ ਪਤਾ ਲੱਗਿਆ ਵੀ ਨਰੇਗਾ ਦੀਆਂ ਦਿਹਾੜੀਆਂ ਵੀ ਇਸ ਟਾਈਮ ਤੁਸੀਂ ਕਰ ਰਹੇ ਹੋ। ਇੰਨੀ ਸਥਿਤੀ ਬਣੀ ਤੁਹਾਡੀ ਔਖੀ ਹੋ ਚੁੱਕੀ ਹੈ, ਕੀ ਕਹਿਣਾ ਚਾਹੁੰਦੇ? ਤੁਹਾਡੇ ਚੈਨਲ ਰਾਹੀਂ ਮੈਂ ਸਾਰੇ ਹੀ ਭੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਸਾਡੇ ਪਰਿਵਾਰ 'ਤੇ ਬੜਾ ਹੀ ਭਿਆਨਕ ਸਮਾਂ ਕੁਦਰਤ ਵੱਲੋਂ ਆ ਗਿਆ, ਜਦ ਕਿ ਮੇਰੀ ਮਿਸੇਜ ਨਰਮੇ ਚੁਗਣ ਜਾਂਦੀ ਰਹੀ ਆ। ਮੈਂ ਪ੍ਰਾਈਵੇਟ ਬੱਸ 'ਤੇ ਡਰਾਈਵ ਕਰਦਾ ਰਿਹਾ। ਝੋਨੇ ਵੀ ਲਾਏ ਆ ਮੇਰੀ ਮਿਸੇਜ ਨੇ। ਨਰੇਗਾ ਦੇ ਵਿੱਚ ਜੋ ਦਿਹਾੜੀ ਆ ਉਹ ਵੀ ਕੀਤੀ ਆ। ਜੀਦੇ ਜਿਹੜੀ ਫੈਕਟਰੀ ਆ ਜਿੱਥੇ ਬੀਬੀਆਂ ਭੈਣਾਂ ਆਪਦਾ ਮਿਹਨਤ ਮਜ਼ਦੂਰੀ ਕਰਦੀਆਂ, ਉੱਥੇ ਵੀ ਕੰਮਕਾਰ ਜਿਹੜਾ ਮੇਰੀ ਮਿਸੇਜ ਸਰਬਜੀਤ ਕੌਰ ਨੇ ਕੀਤਾ। ਲੋਕਾਂ ਨੇ ਇਹੀ ਸੋਚ ਦੇਖ ਕੇ, ਜਿਸ ਤਰ੍ਹਾਂ ਮੇਰੀ ਮਿਸੇਜ ਬਿਲਕੁਲ ਅਨਪੜ੍ਹ ਸੀ ਔਰ ਲੋਕਾਂ ਨੇ ਸਿਰ ਤੋਂ ਟੋਕਰਾ ਲਾ ਕੇ ਨਰੇਗਾ ਵਾਲਾ ਪਿੰਡ ਦਾ ਸਰਪੰਚ ਚੁਣਨ ਦਾ ਬੀੜਾ ਚੁੱਕਿਆ
ਔਰ ਸਾਡੇ ਤੋਂ ਹੁਣ ਦੇ ਸਮੇਂ ਮੁਤਾਬਕ ਕਈ ਮੈਂ ਦੇਖਿਆ ਮੇਰੇ ਯਾਰ ਮਿੱਤਰ ਸਰਪੰਚ ਬਣੇ ਆ ਜਿਨ੍ਹਾਂ ਨੇ 25 30 ਲੱਖ ਰੁਪਈਆ ਸਰਪੰਚੀਆਂ ਤੇ ਖਰਚ ਕੀਤਾ, ਪਰ ਉਹ ਵੀ ਸਰਪੰਚੀਆਂ ਬਹੁਤ ਜਿਸ ਤਰ੍ਹਾਂ ਕਹੀਏ ਮੁੱਲ ਲਈ ਆ, ਮੁੱਲ ਲੈਣ ਵਾਲੀਆਂ ਗੱਲਾਂ ਕੀਤੀਆਂ। ਪਰ ਸਾਡੇ ਪਰਿਵਾਰ ਨੇ 25 ਤੋਂ 30 ਰੁਪਈਏ ਵੀ ਨਹੀਂ ਖਰਚ ਕੀਤੇ। ਸਾਨੂੰ ਭਾਰੀ ਮਾਰਜਨ ਨਾਲ ਲੋਕਾਂ ਨੇ ਸਰਬਜੀਤ ਕੌਰ ਨੂੰ ਸਰਪੰਚ ਚੁਣਿਆ। ਉਹ ਇਸੇ ਕਰਕੇ ਹੀ ਚੁਣਿਆ ਕਿ ਜੇਕਰ ਇਸ ਪਰਿਵਾਰ ਦੀ ਆਪਾਂ ਮਦਦ ਕਰੀਏ ਤਾਂ ਇਹਨਾਂ ਦੇ ਵਕਤ ਜੋ ਪਿਆ ਉਹ ਸੱਚੇ ਮਨ ਨਾਲ ਤੁਹਾਨੂੰ ਦੱਸਣ ਲੱਗਿਆ ਕਿ ਲੋਕਾਂ ਨੇ ਸਾਡੇ ਪਰਿਵਾਰ ਦੀ ਸਥਿਤੀ ਸੁਧਾਰਨ ਦੀ ਖਾਤਰ ਹੀ ਮੈਨੂੰ ਚੁਣਿਆ ਸੀ ਕਿ ਥੋੜ੍ਹਾ ਬਹੁਤਾ ਜਿਸ ਤਰ੍ਹਾਂ ਹੁਣ ਦੇ ਸਰਪੰਚ ਕਰ ਲੈਂਦੇ ਆ ਖੱਬਾ ਸੱਜਾ, ਵੀ ਉਹੋ ਜਿਹਾ ਇਹ ਵੀ ਕਰਕੇ ਆਪਦੀ ਕੋਠੀ ਖੜੀ ਕਰ ਲਊਗਾ, ਮਾੜਾ ਮੋਟਾ ਉਹ ਮਕਾਨ। ਤੁਹਾਡਾ ਮਨ ਨਹੀਂ ਕੀਤਾ? ਮੇਰਾ ਮਨ ਬਿਲਕੁਲ ਜਿਹੜਾ ਹੈਗਾ ਇਸ ਪਾਸੇ ਨੂੰ, ਬਜ਼ੁਰਗਾਂ ਦੀ ਜੋ ਸਾਡੇ ਅੰਦਰ ਖੂਨ ਦੀ ਜਿਹੜੀ ਹੈਗੀ ਹੈ ਕਿਣਕਾ ਵਗ ਰਿਹਾ, ਉਹਦੇ ਵੱਲ ਪ੍ਰੇਰਿਤ ਨਹੀਂ ਕੀਤਾ। ਔਰ ਦੂਸਰੇ ਨੰਬਰ ਤੇ ਮੇਰੀ ਮਿਸਜ ਤੁਹਾਡਾ ਕਹਿਣ ਦਾ ਭਾਵ ਜਦੋਂ ਉਹ ਕਹਿੰਦੇ ਸੀ ਤੇ ਤੁਹਾਡੇ ਬਜ਼ੁਰਗ ਤੁਹਾਡੇ ਸਾਹਮਣੇ ਆ ਜਾਂਦੇ ਸੀ? ਬਿਲਕੁਲ ਜੀ, ਬਿਲਕੁਲ ਤੁਹਾਨੂੰ ਇਹ ਗੱਲ ਭੈਣਾਂ ਔਰ ਭਾਈਆਂ ਨੂੰ ਕਹਿਣ ਵਾਲੀ ਬਣਦੀ ਆ ਕਿ ਮੇਰੀ ਮਿਸਜ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਇਨਸਾਨ ਨੂੰ ਉੱਚਾ ਚੱਕਣ ਵਾਸਤੇ ਇੱਕ ਲੇਡੀ ਦਾ ਹੱਥ ਹੁੰਦਾ, ਮੈਂ ਕਹੂੰਗਾ ਕਿ ਕਈ ਇਨਸਾਨ ਕਹਿੰਦੇ ਆ ਕਿ ਜੇ ਆਪਾਂ ਘਰ ਵਾਲੀ ਤਾਰੀਫ ਕਰਦੇ ਹਾਂ ਤਾਂ ਕਈ ਵਾਰ ਉਹ ਉੱਤੋਂ ਦੀ ਹੋ ਜਾਂਦੀ ਆ। ਪਰ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਉਸਨੇ ਸਾਡੇ ਘਰ ਦੇ ਵਿੱਚ ਜਦੋਂ ਆਈ 1997 ਦੇ ਵਿੱਚ ਮੇਰੇ ਫਾਦਰ ਸਾਹਿਬ MLA ਬਣੇ, ਜਦ ਅਕਾਲੀ ਦਲ ਬਾਦਲ ਦੀ ਮਿਨਿਸਟਰੀ ਸੀ, ਬਾਦਲ ਸਾਹਿਬ CM ਬਣੇ। ਆਲ ਪੰਜਾਬ 'ਚ ਜਿਸ ਤਰ੍ਹਾਂ ਹੁਣ ਹਨੇਰੀ ਚੱਲੀ ਸੀਗੀ ਆਮ ਆਦਮੀ ਪਾਰਟੀ ਦੀ, ਅਜੈਬ ਸਿੰਘ ਰੌਂਤਾ ਇਕੱਲਾ ਹਲਕਾ ਨਿਹਾਲ ਸਿੰਘ ਵਾਲਾ ਜਿੱਤ ਕੇ ਗਏ ਸੀ ਔਰ ਬੜੇ ਹੀ ਫਖਰ ਨਾਲ ਅਕਾਲੀ ਮਿਨਿਸਟਰੀ ਦੇ ਵਿੱਚ ਲਾਲਚ ਵੀ ਦਿੱਤੇ ਗਏ ਕਿ ਰੌਂਤਾ ਸਾਹਿਬ ਆ ਜਾਓ, ਤੁਹਾਨੂੰ ਮਿਨਿਸਟਰੀ ਦੇ ਦਿੰਦੇ ਆ, ਵਜ਼ੀਰ ਬਣ ਜਾਓ। ਪਰ ਸਾਡੇ ਪਰਿਵਾਰ ਦੇ ਬਜ਼ੁਰਗਾਂ ਨੇ ਮਿਨਿਸਟਰੀ ਵੀ ਤਿਆਗੀ ਆ, ਪਾਰਲੀਮੈਂਟ ਅਹੁਦੇ ਔਰ ਰਾਜ ਸਭਾ ਦੀਆਂ ਸੀਟਾਂ ਵੀ ਤਿਆਗੀਆਂ। ਅੱਜ ਦੇ MLA ਲੀਡਰਾਂ ਵਾਂਗੂ ਨਹੀਂ ਕਿ ਆਪਾਂ ਨੂੰ ਤਾਂ ਇਕੱਲੀ ਚੇਅਰਮੈਨ ਹੀ ਮਿਲ ਜੇ, ਆਪਾਂ ਆਪਦੀ ਪਾਰਟੀ ਦੇ ਵਰਕਰਾਂ ਤੋਂ ਕੀ ਲੈਣਾ, ਆਪਾਂ ਛਾਲ ਮਾਰ ਕੇ ਇਹਨਾਂ ਨਾਲ ਰਲ ਜਾਓ। ਜਿਸ ਤਰ੍ਹਾਂ ਅਸੀਂ 5 ਸਾਲ ਨਗਰ ਦੀ ਸਰਪੰਚੀ ਕੀਤੀ ਆ, ਮੈਂ ਤਾਂ ਇਹੀ ਕਹੂੰਗਾ ਕਿ ਮੇਰੇ ਨਗਰ ਤੇ ਔਰ ਸਾਡੇ ਹਲਕਾ ਨਿਹਾਲ ਸਿੰਘ ਵਾਲਾ ਤੇ ਔਰ ਸਮੁੱਚੇ ਪੰਜਾਬ ਤੇ ਪ੍ਰਮਾਤਮਾ ਆਪਣਾ ਮਿਹਰ ਭਰੇ ਹੱਥ ਬਣਾਈ ਰੱਖੇ। ਸਾਰੇ ਹੀ ਭੈਣ ਭਾਈ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੇ ਰਹਿਣ।